ਮੇਰੇ ਮੰਮੀ ਸਿੰਗਲ ਮਦਰ ਰਹੇ ਨੇ। ਆਈ ਐਮ ਅ ਸਿੰਗਲ ਵੂਮਨ ਅਤੇ ਮੈਨੂੰ ਲੱਗਦਾ ਬਹੁਤ ਸਾਰੇ ਹਾਲਾਤ ਇਹੋ ਜਿਹੇ ਹੁੰਦੇ ਨੇ ਜਿੱਥੇ ਸਿਚੁਏਸ਼ਨਸ ਆਉਂਦੀਆਂ ਨੇ ਤੁਹਾਡੇ ਕੋਲ, ਬਟ ਆਈ ਥਿੰਕ ਵੂਮਨ ਇੱਕ ਸਟਰੈਂਥ ਹੁੰਦੀ ਹੈ ਇੱਕ ਹਰ ਔਰਤ ਦੀ। ਐਕਚੁਅਲੀ ਕੀ ਹੈ ਕਿ ਮੰਮੀ ਡਾਂਟਦੇ ਬਹੁਤ ਸੀ। ਮੰਮੀ ਕੋਸ਼ਿਸ਼ ਕਰਦੇ ਸੀ ਕਿ ਵੀ ਮੈਂ ਇਹਨਾਂ ਨੂੰ ਕਹਾਂ ਵੀ ਮੈਂ ਕੁੱਟੂੰਗੀ ਤੁਹਾਨੂੰ ਫੜ ਕੇ, ਔਰ ਮੇਰੇ ਮੰਮੀ ਦੀ ਨੇਚਰ ਉੱਦਾਂ ਦੀ ਹੈ ਨਹੀਂ ਗੀ, ਹੈ ਨਾ। ਮਤਲਬ ਅਸੀਂ ਤਾਂ ਕਈ ਵਾਰੀ ਹੱਸ ਪੈਂਦੇ, ਮੰਮੀ ਜਦੋਂ ਘੂਰਦੇ ਵੀ ਹੁੰਦੇ ਸੀਗੇ ਸਾਡਾ ਹਾਸਾ ਨਿਕਲ ਜਾਂਦਾ ਹੈ ਨਾ ਵੀ ਨਕਲੀ ਜੀ ਘੂਰਦੇ ਆ ਮੰਮੀ, ਹੈ ਨਾ। ਹੁਣ ਸੋਚਦੀ ਹਾਂ ਕਿ ਕਿਸੇ ਨੇ ਕਦੇ ਵੀ ਨਹੀਂ ਸੋਚਿਆ ਕਿ ਮਾਂ ਟਾਈਟਲ ਦਿੱਤਾ ਜਾਏ ਤੇ ਇਸ 'ਤੇ ਬਣਾਇਆ ਜਾਏ। ਹੀ ਐਕਚੁਅਲੀ ਥੋਟ ਆਫ ਇਟ, ਹੀ ਐਕਚੁਅਲੀ ਥੋਟ ਕਿ ਪੰਜਾਬ 'ਚ ਇੰਨੇ ਸਾਲਾਂ ਤੋਂ ਕੋਈ ਵਿਮਨ ਓਰੀਐਂਟਡ ਫਿਲਮ ਨਹੀਂ ਆਈ ਅਤੇ ਉਹ ਦੁਬਾਰਾ ਕੁਛ ਇੱਕ ਨਵਾਂ ਰੁਖ ਲੈ ਕੇ ਆਇਆ ਜਾਏ ਅਤੇ ਇੰਨੇ ਸਟਰੋਂਗ ਸਬਜੈਕਟ 'ਤੇ ਇੱਕ ਫਿਲਮ ਬਣਾਈ ਜਾਏ। ਆਈ ਡੋਂਟ ਥਿੰਕ ਆਈ ਹੈਡ ਅ ਰੀਜ਼ਨ ਟੂ ਸੇ ਨੋ ਐਟ ਆਲ। ਮੈਨੂੰ ਇੱਦਾਂ ਲੱਗਦਾ ਕਿ ਮੈਂ ਬਹੁਤ ਕੰਮ ਕਰਦਾ, ਜਿੰਨਾ ਵੀ ਕੰਮ ਕਰਦਾ, ਬਟ ਮੈਂ ਜੇ ਉਹਦੇ ਵਾਲਾ ਕੰਮ ਦੇਖਾਂ ਉਹ ਮੇਰੇ ਤੋਂ ਨਹੀਂ ਹੋ ਸਕਦਾ। ਮੇਰੇ ਹੱਥ ਖੜੇ ਹੋ ਜਾਣ, ਕਿਉਂਕਿ ਬੱਚਿਆਂ ਨੂੰ ਜਿੰਨੇ ਤਰੀਕੇ ਨਾਲ ਉਹ ਹੈਂਡਲ ਕਰਦੀ ਆ, ਹਰ ਗੱਲ ਉਹਨਾਂ ਦੀ ਸਮਝਾਉਣੀ ਸਮਝਣੀ, ਸਕੂਲ ਜਾ ਕੇ ਇਕੱਲੇ ਟੀਚਰ ਨੂੰ ਮਿਲਣਾ, ਕਦੇ ਕਦੇ ਪੇਪਰ 'ਚੋਂ 2 ਨੰਬਰ ਘੱਟ ਗਏ ਉਹਨੂੰ ਸਟਰੈਸ ਹੋ ਜਾਣੀ, ਸਿਰ ਦੁਖਣ ਲੱਗ ਜਾਣਾ ਉਹਦਾ। ਮੰਮੀ ਨੇ ਹਮੇਸ਼ਾ ਮੈਨੂੰ ਸਟਰੈਂਥ ਦਿੱਤੀ ਹੈ। ਮੈਂ ਜੇ ਕਿਸੇ ਚੀਜ਼ ਤੋਂ ਡਰਦੀ ਸੀ, ਮੈਨੂੰ ਧੱਕਾ ਦਿੰਦੇ ਸੀ, ਜਾ ਕਰ, ਇਸ ਚੀਜ਼ ਤੋਂ ਡਰਦੀ ਹਾਂ, ਗੋ ਡੂ ਇਟ। ਮੇਰੇ ਬ੍ਰਦਰ ਨੂੰ ਸ਼ਾਇਦ ਕਹਿ ਦਿੰਦੇ ਹੁਣ ਕਿ ਬੇਟਾ ਐ ਨਹੀਂ ਕਰਨਾ, ਮੈਨੂੰ ਕਹਿੰਦੇ ਸੀ ਗੋ ਡੂ ਇਟ। ਪਤਾ ਨਹੀਂ ਕੀ ਕੌਨਫੀਡੈਂਸ ਸੀ ਉਹਨਾਂ ਨੂੰ ਕਿ ਇਹ ਕਰੇਗੀ। ਵਾਰਨਿੰਗ ਕੀਤੀ ਆ, ਵਾਰਨਿੰਗ। ਦੈਟ ਲੁੱਕ ਡਜ਼ਨਟ ਗੈਟ ਆਊਟ ਆਫ ਮਾਈ ਹੈਡ। ਇਹ 'ਚ ਦੇਖੋਗੇ ਤੁਸੀਂ ਕਹੋਗੇ ਸਾਰੀ ਮਾਵਾਂ ਦਾ ਮੁੰਡਾ ਇਹੋ ਜਿਹਾ ਹੀ ਹੋਣਾ ਚਾਹੀਦਾ। ਇੱਕ ਇਨੋਸੈਂਸ ਲੈ ਕੇ ਆਏ ਨੇ। ਵੈਸੇ ਤਾਂ ਸਿਨੇਮਾ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ, ਔਰ ਅੱਜ ਮਜ਼ੇਦਾਰ ਗੱਲ ਇਹ ਹੈ ਕਿ ਸਾਡੇ ਨਾਲ 2 ਅਜਿਹੀਆਂ ਚੈਲੰਜਿੰਗ ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਜਿਹੜਾ ਕਿਰਦਾਰ ਹੈ ਉਹ ਨਿਭਾਇਆ, ਅਤੇ ਦੂਜੇ ਉਹ ਨੇ ਜਿਹੜੇ ਪੰਜਾਬੀ ਸਿਨੇਮਾ ਦੇ ਵਿੱਚ ਕਦੀ ਵੀ ਝੁਕਦੇ ਨਹੀਂ ਹੈ ਕਿਸੇ ਵੀ ਐਕਸਪੈਰੀਮੈਂਟ ਨੂੰ ਕਰਨ ਦੇ ਲਈ। ਹੁਣ ਫਿਲਮ ਜਿਹੜੀ ਆਈ ਹੈ ਉਹ ਫਿਲਮ ਵੀ ਚੈਲੰਜ ਹੈ, ਫਿਲਮ ਦੇ ਕਿਰਦਾਰ ਵੀ ਚੈਲੰਜ ਹੈ। ਸੋ ਅੱਜ ਦੀ ਇਹ ਇੰਟਰਵਿਊ ਵੀ ਚੈਲੰਜਿੰਗ ਹੋਣ ਵਾਲੀ ਹੈ। ਸੋ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ ਐਂਡ ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲੇ ਮਾਂ, ਜਦੋਂ ਟ੍ਰੇਲਰ ਆਇਆ ਤੇ ਮੈਨੂੰ ਲੱਗਦਾ ਹੈ ਕਿ ਹਰ ਬੰਦਾ ਹੀ ਇਮੋਸ਼ਨਲ ਹੋਇਆ ਹੋਏਗਾ, ਚਾਹੇ ਅਸੀਂ ਚਾਹੇ ਸਾਡੀਆਂ ਮਾਵਾਂ। ਲੇਕਿਨ ਸਰ ਆਈਡੀਆ ਨੂੰ ਇੰਪਰੋਵਾਈਜ਼ ਕਰਨਾ ਔਰ ਫਿਰ ਦਿਵਿਆ ਮੈਮ ਨੂੰ ਹੀ ਇਸ ਫਿਲਮ ਦੇ ਵਿੱਚ ਲੈਣਾ ਹੈ, ਆਈ ਮੀਨ ਇਹ ਚੀਜ਼ ਕਿਸ ਤਰ੍ਹਾਂ ਇੰਪਰੋਵਾਈਜ਼ ਹੋਈ ਹੈ, ਕਿਸ ਤਰ੍ਹਾਂ ਸਟਾਰਟ ਹੋਈ ਹੈ? ਐਕਚੁਅਲੀ ਕਹਿੰਦੇ ਆ ਨਾ ਕਿ ਕੁਛ ਵੀ ਤੁਸੀਂ ਚੰਗਾ ਕਰਨ ਜਾਓ ਨਾ, ਉਹਦੇ ਲਈ ਚੰਗੀਆਂ ਚੀਜ਼ਾਂ ਆਪਣੇ ਆਪ ਹੋਣ ਲੱਗ ਜਾਂਦੀਆਂ ਨੇ। ਜਦੋਂ ਕੁਦਰਤੀ ਆਈਡੀਆ ਆਇਆ ਮਨ ਦੇ ਵਿੱਚ ਕਿ ਯਾਰ ਫਿਲਮ ਬਣਾਈ ਜਾਵੇ ਮਾਂ, ਸੋ ਟੀਮ ਜੁੜਦੀ ਗਈ, ਚੀਜ਼ਾਂ ਬਣਦੀਆਂ ਗਈਆਂ, ਕਹਾਣੀ ਬਣਦੀ ਗਈ। ਸੋਚਿਆ ਕਿ ਇਹਨੂੰ ਲੈ ਕੇ ਆਉਂਦਾ ਜਾਵੇ, ਕਦੇ ਦਿਮਾਗ 'ਚ ਨਹੀਂ ਸੀ ਆਇਆ ਕਿ ਦਿਵਿਆ ਜੀ ਨੂੰ ਲੈ ਕੇ ਆਵਾਂਗੇ। ਇਸ ਦੇ ਲਈ ਇੱਕਦਮ ਥੋਟ ਆਇਆ, ਇਹਨਾਂ ਨੂੰ ਗਏ, ਇਹਨਾਂ ਨੂੰ ਕਹਾਣੀ ਸੁਣਾਈ, ਇਹਨਾਂ ਨੂੰ ਦੱਸਿਆ ਕਿ ਆਹ ਚੀਜ਼ ਹੈ, ਅਸੀਂ ਇੱਦਾਂ ਕਰਾਂਗੇ। ਇਹਨਾਂ ਨੇ ਸਾਡੀ ਗੱਲ ਮੰਨ ਲਈ, ਫਿਲਮ ਕਰਨ ਆ ਗਏ। ਫਿਲਮ ਦਾ ਲੈਵਲ ਵੱਡਾ ਹੋ ਗਿਆ, ਦੇਖੋ ਕਿੱਥੇ ਤੱਕ ਕੀ ਚੀਜ਼ਾਂ ਆਟੋਮੈਟਿਕਲੀ ਸਾਰਾ ਕੁਝ ਹੁੰਦਾ ਗਿਆ। ਸੋ ਮੈਨੂੰ ਇੱਦਾਂ ਲੱਗਦਾ ਕਿ ਚੰਗੀ ਸੋਚ ਨਾਲ ਚੱਲਦੇ ਹਾਂ, ਚੰਗੇ ਮਨ ਨਾਲ ਚੱਲਦੇ ਹਾਂ ਤਾਂ ਸਭ ਕੁਝ ਚੰਗਾ ਹੀ ਹੁੰਦਾ। ਰਾਈਟ। ਸੋ ਮੈਮ ਤੁਸੀਂ ਜਿਵੇਂ ਕਿ ਥੋੜ੍ਹੀ ਦੇਰ ਪਹਿਲੇ ਕਿਹਾ ਕਿ ਲਵ ਐਟ ਫਸਟ ਸਾਈਟ, ਹੈ ਨਾ। ਸੋ ਤੋ ਮਤਲਬ ਬਹੁਤ ਵਰੇ ਹੋ ਗਏ ਨੇ। ਸੋ ਇਸ ਫਿਲਮ ਦੇ ਲਈ ਲਵ ਐਟ ਸਾਈਟ ਵਾਲੀ ਜਿਹੜੀ ਮਤਲਬ ਫਸਟ ਸਾਈਟ ਵਾਲੀ ਕਿਹੜੀ ਇਹੋ ਜਿਹਾ ਪੁਆਇੰਟ ਸੀ ਜਿਹੜਾ ਤੁਹਾਨੂੰ ਲੱਗਿਆ ਕਿ ਹਾਂ ਦਿਸ ਪੰਜਾਬੀ ਫਿਲਮ ਓਕੇ? The word ma, this gentleman here, Gippy Grewal, good enough, I think, for me to say yes, because ਬਹੁਤ ਹੀ ਸੋਹਣਾ ਸਬਜੈਕਟ ਹੈ ਅਤੇ ਮੈਂ ਹਮੇਸ਼ਾ ਸੋਚਦੀ ਹਾਂ ਕਿ ਕਿਸੇ ਨੇ ਕਦੇ ਵੀ ਨਹੀਂ ਸੋਚਿਆ ਕਿ ਮਾਂ ਟਾਈਟਲ ਦਿੱਤਾ ਜਾਏ ਅਤੇ ਇਸ 'ਤੇ ਬਣਾਇਆ ਜਾਏ। ਹੀ ਐਕਚੁਅਲੀ ਥੋਟ ਆਫ ਇਟ, ਹੀ ਐਕਚੁਅਲੀ ਥੋਟ ਕਿ ਪੰਜਾਬ 'ਚ ਇੰਨੇ ਸਾਲਾਂ ਤੋਂ ਕੋਈ ਵਿਮਨ ਓਰੀਐਂਟਡ ਫਿਲਮ ਨਹੀਂ ਆਈ ਅਤੇ ਉਹ ਦੁਬਾਰਾ ਕੁਛ ਇੱਕ ਨਵਾਂ ਰੁਖ ਲੈ ਕੇ ਆਇਆ ਜਾਏ ਅਤੇ ਇੰਨੇ ਸਟਰੋਂਗ ਸਬਜੈਕਟ 'ਤੇ ਇੱਕ ਫਿਲਮ ਬਣਾਈ ਜਾਏ। ਆਈ ਡੋਂਟ ਥਿੰਕ ਆਈ ਹੈਡ ਅ ਰੀਜ਼ਨ ਟੂ ਸੇ ਨੋ ਐਟ ਆਲ। ਓਕੇ ਮੈਮ, ਤੁਹਾਡਾ ਜਿਹੜਾ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਵੇਖਿਆ ਗਿਆ, ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਵਿਮਨਸ ਉਸ ਦੇ ਨਾਲ ਖੁਦ ਨੂੰ ਰਿਲੇਟ ਕਰ ਸਕਦੀਆਂ। ਸਿੰਗਲ ਵਿਮਨ ਦੀ ਜੇਕਰ ਗੱਲ ਕਰੀਏ, ਜੋ ਕਿ ਬਹੁਤ ਚੈਲੰਜਿੰਗ ਹੈ, ਨਾਲ ਦੇ ਨਾਲ ਤੁਹਾਨੂੰ ਸੋਸ਼ਲ ਵੀ ਆਪਣੇ ਆਪ ਨੂੰ ਸਟੈਂਡ ਕਰਨਾ ਪੈਂਦਾ, ਸੁਣਨਾ ਵੀ ਪੈਂਦਾ ਔਰ ਹਿੰਮਤ ਵੀ ਰੱਖਣੀ ਪੈਂਦੀ ਹੈ। ਸੋ ਜੇ ਆਪਣੇ ਕਰੈਕਟਰ ਦੀ ਗੱਲ ਕਰੀਏ, ਕਿਸ ਤਰ੍ਹਾਂ ਤੁਸੀਂ ਰਿਲੇਟੇਬਲ ਕਰ ਰਹੇ ਸੀ ਆਪਣੀ ਲਾਈਫ ਦੇ ਨਾਲ ਜਾਂ ਹੋਰਾਂ ਦੀ ਲਾਈਫ ਦੇ ਨਾਲ ਆਪਣੇ ਕਰੈਕਟਰ ਦੇ ਲਈ? ਮੇਰੇ ਮੰਮੀ ਸਿੰਗਲ ਮਦਰ ਰਹੇ ਨੇ। ਆਈ ਐਮ ਅ ਸਿੰਗਲ ਵੂਮਨ ਅਤੇ ਮੈਨੂੰ ਲੱਗਦਾ ਬਹੁਤ ਸਾਰੇ ਹਾਲਾਤ ਇਹੋ ਜਿਹੇ ਹੁੰਦੇ ਨੇ ਜਿੱਥੇ ਸਿਚੁਏਸ਼ਨਸ ਆਉਂਦੀਆਂ ਨੇ ਤੁਹਾਡੇ ਕੋਲ, ਬਟ ਆਈ ਥਿੰਕ ਵੂਮਨ ਇੱਕ ਸਟਰੈਂਥ ਹੁੰਦੀ ਹੈ ਇੱਕ ਹਰ ਔਰਤ ਦੀ। ਅਤੇ ਮਨਜੀਤ ਕੌਰ ਦੇ ਤਾਂ ਬਹੁਤ ਸਾਰੇ ਸ਼ੇਡਸ ਨੇ ਇਸ ਵਿੱਚ, ਵਿਆਹ ਤੋਂ ਲੈ ਕੇ ਬੁਢਾਪੇ ਤੱਕ
ਦਾ ਜਿਹੜਾ ਸਫ਼ਰ ਹੈ ਉਹਦੇ 'ਚ ਬਹੁਤ ਕੁਝ ਇਹਦੇ 'ਚ ਦੇਖਣ ਨੂੰ ਮਿਲਦਾ ਤੇ ਬਹੁਤ ਜਿਹੜੇ ਵੀ ਆਡੀਅנס ਦੇਖੇਗੀ ਖਾਸ ਤੌਰ 'ਤੇ ਔਰਤਾਂ ਮਾਵਾਂ ਜੋ ਵੀ ਐਨੀਬਾਡੀ ਕੁੜੀਆਂ ਦੇਖਣ ਔਰਤਾਂ ਦੇਖਣ ਜੋ ਵੀ ਦੇਖੇ ਆਈ ਥਿੰਕ ਬਹੁਤ ਸਟਰੈਂਥ ਇਸ ਤੋਂ ਲੈ ਕੇ ਜਾਏਗੀ ਤੇ ਮੈਨੂੰ ਲੱਗਦਾ ਜਿਹੜੇ ਬੱਚੇ ਨੇ ਉਹ ਦੇ ਵਿਲ ਫੀਲ ਕਿ ਅਸੀਂ ਸ਼ਾਇਦ ਥੋੜ੍ਹਾ ਜਿਹਾ ਮਿਸ ਕਰਤਾ ਜੋ ਦੀ ਜੱਫੀਆਂ ਪੈਣ ਵਾਲੀਆਂ ਨੇ ਸਾਰੀ ਮੰਮੀਆਂ ਨੂੰ ਆਮ ਸ਼ੋਰ ਦੈਟਸ ਵੈਰੀ ਟਰੂ ਕਿਉਂਕਿ ਟ੍ਰੇਲਰ ਦੇਖ ਕੇ ਹੀ ਉਹ ਫੀਲ ਆਣਾ ਸਟਾਰਟ ਹੋ ਗਿਆ ਸਮਵੇਅਰ ਸਰ ਤੁਹਾਨੂੰ ਮਤਲਬ ਮੈਂ ਯੂਜੂਅਲੀ ਦੇਖਿਆ ਹੈ ਜਿੰਨਾ ਕੁ ਆਪਾਂ ਜਾਣਦੇ ਹਾਂ ਹੈ ਨਾ ਰਵਨੀਤ ਮੈਮ ਸੋ ਉਹ ਵੀ ਇੱਕ ਮਦਰ ਨੇ ਅੱਜ ਏਕਮ ਦਾ ਬਰਥਡੇ ਹੈ ਨਾ ਤੇ ਜਦੋਂ ਤੁਸੀਂ ਬਾਹਰ ਹੁੰਦੇ ਹੋ ਤੇ ਉਹ ਵੀ ਇਕੱਲਿਆਂ ਹੀ ਸਭ ਕੁਝ ਹੈਂਡਲ ਕਰਦੇ ਆ ਸੋ ਜੇ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਆਪਾਂ ਦੇਖਿਆ ਕਿ ਇੱਕ ਸਿੰਗਲ ਮਮ ਕਿਸ ਤਰ੍ਹਾਂ ਸਟਰੈਂਥ ਬਣੀ ਹੋਈ ਹੈ ਸੋ ਜੇ ਇਕੱਲੇ ਜਦੋਂ ਉਹ ਸਭ ਕੁਝ ਸੰਭਾਲਦੇ ਨੇ ਆਮਨ ਤੁਸੀਂ ਉਹਨਾਂ ਲਈ ਉਸ ਮਾਂ ਲਈ ਕੀ ਕਹਿਣਾ ਚਾਹੋਗੇ ਮੈਂ ਤਾਂ ਹਮੇਸ਼ਾ ਕਹਿੰਦਾ ਜੀ ਮੈਨੂੰ ਇਦਾਂ ਲੱਗਦਾ ਕਿ ਮੈਂ ਬਹੁਤ ਕੰਮ ਕਰਦਾ ਜਿੰਨਾ ਵੀ ਕੰਮ ਕਰਦਾ ਬਟ ਮੈਂ ਜੇ ਉਹਦੇ ਵਾਲਾ ਕੰਮ ਦੇਖਾਂ ਉਹ ਮੇਰੇ ਤੋਂ ਨਹੀਂ ਹੋ ਸਕਦਾ ਮੇਰੇ ਹੱਥ ਖੜੇ ਹੋ ਜਾਣ ਕਿਉਂਕਿ ਬੱਚਿਆਂ ਨੂੰ ਜਿੰਨੇ ਤਰੀਕੇ ਨਾਲ ਉਹ ਹੈਂਡਲ ਕਰਦੀ ਆ ਹਰ ਗੱਲ ਉਹਨਾਂ ਦੀ ਸਮਝਾਉਣੀ ਸਮਝਣੀ ਸਕੂਲ ਜਾ ਕੇ ਇਕੱਲੇ ਟੀਚਰ ਨੂੰ ਮਿਲਣਾ ਕਦੇ ਕਦੇ ਪੇਪਰ 'ਚੋਂ 2 ਨੰਬਰ ਘੱਟ ਗਏ ਉਹਨੂੰ ਸਟ੍ਰੈਸ ਹੋ ਜਾਣੀ ਸਿਰ ਦੁਖਣ ਆ ਜਾਣਾ ਉਹਦਾ ਬਾਸਕਟਬਾਲ ਦੀਆਂ ਗੇਮਾਂ ਚੱਲਦੀਆਂ ਉਹਨਾਂ ਦੀਆਂ ਕਦੇ ਕੁਛ ਇੱਕ ਤਾਂ ਬੱਚਿਆਂ ਦਾ ਅੱਜ ਕੱਲ੍ਹ ਸਕੈਡਿਊਲ ਵੀ ਬਹੁਤ ਬਿਜ਼ੀ ਚੱਲਦਾ ਵਾ ਮਤਲਬ ਕੰਮ ਹੀ ਬੱਚਿਆਂ ਨੂੰ ਵੀ ਮੈਂ ਕਈ ਵਾਰੀ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਇਹਨਾਂ ਨੂੰ ਲਿਆ ਕੇ 2-3 ਘੰਟੇ ਉਹੀ ਛੱਡਿਆ ਹੋਵੇ ਵੀ ਯਾਰ ਤੁਸੀਂ ਆਹ ਤਾਂ ਕਰੋ ਹੈ ਨਾ ਬਟ ਬਹੁਤ ਔਖਾ ਵਾ ਮਾਂ ਦਾ ਰੋਲ ਪਲੇ ਕਰਨਾ ਤਾਂ ਬਹੁਤ ਹੀ ਔਖਾ ਵਾ ਇਹ ਤਾਂ ਅਨਬਲੀਵੇਬਲ ਚੀਜ਼ ਆ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਹੈਗੇ ਐਜ਼ ਅ ਫਾਦਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਬੈਸਟ ਤੋਂ ਬੈਸਟ ਕਰ ਸਕਾਂ ਬਟ ਮਦਰ ਦੇ ਜੇ ਉਹਦੇ ਕੰਪੈਰੀਜ਼ਨ 'ਚ ਦੇਖਾਂ ਤਾਂ ਕੁਝ ਵੀ ਨਹੀਂ ਕਰਦੇ 2% ਵੀ ਨਹੀਂ ਹੁੰਦਾ ਜੀ ਸਰ ਮੈਮ ਸਿੰਗਲ ਮਦਰ ਦੀ ਕਿਉਂਕਿ ਗੱਲ ਹੋਈ ਸੀ ਹੈ ਨਾ ਤੇ ਬਹੁਤ ਔਖਾ ਹੁੰਦਾ ਹੈ ਜਦੋਂ ਤੁਸੀਂ ਫਿਲਮ ਕਰ ਰਹੇ ਸੀ ਇਹੋ ਜਿਹਾ ਕੋਈ ਫੀਲ ਸੀਗਾ ਜਿਹੜਾ ਤੁਸੀਂ ਜਦੋਂ ਖੁਦ ਉਸ ਚੀਜ਼ 'ਚੋਂ ਨਿਕਲ ਰਹੇ ਸੀ ਏਜ 'ਚੋਂ ਨਿਕਲ ਰਹੇ ਸੀ ਤੁਹਾਨੂੰ ਲੱਗਿਆ ਕਿ ਹਾਂ ਠੀਕ ਹੈ ਮੰਮੀ ਨੇ ਤਾਂ ਕਹਿੰਦੇ ਨੇ ਜਾਂ ਕਰਦੇ ਨੇ ਲੇਕਿਨ ਖੁਦ ਉਸ ਟਾਈਮ 'ਤੇ ਰਿਅਲਾਈਜ਼ ਹੋਇਆ ਕਿ ਨਹੀਂ ਯਾਰ ਵਾਕਈ ਦੇ ਵਿੱਚ ਮਾਵਾਂ ਦੀ ਇਹ ਜਿਹੜੀ ਫਿਕਰ ਹੈ ਜਾਂ ਮਾਵਾਂ ਦਾ ਜਿਹੜਾ ਫੀਲ ਹੈ ਬੱਚਿਆਂ ਨੂੰ ਲੈ ਕੇ ਇਹ ਵਾਕਈ ਦੇ ਵਿੱਚ ਹੁੰਦਾ ਹੈ ਮੈਨੂੰ ਤਾਂ ਸਿਰਫ ਇੰਨਾ ਯਾਦ ਹੈ ਕਿ ਮੰਮੀ ਨੇ ਹਮੇਸ਼ਾ ਮੈਨੂੰ ਸਟਰੈਂਥ ਦਿੱਤੀ ਹੈ ਮੈਂ ਜੇ ਕਿਸੇ ਚੀਜ਼ ਤੋਂ ਡਰਦੀ ਸੀ ਉਹ ਮੈਨੂੰ ਧੱਕਾ ਦਿੰਦੇ ਸੀ ਜਾ ਕਰ ਇਸ ਚੀਜ਼ ਤੋਂ ਡਰਦੀ ਹਾਂ ਗੋ ਡੂ ਇਟ ਤੇ ਉਹ ਕਦੇ ਨਹੀਂ ਹੁੰਦਾ ਸੀ ਕਿ ਕਹਿਣ ਕਿ ਨਾ ਬੇਟਾ ਐ ਨਾ ਕਰ ਉਹ ਨਾ ਕਰ ਨੈਵਰ ਕਦੇ ਵੀ ਨਹੀਂ ਕਹਿਣ ਮੇਰੇ ਬ੍ਰਦਰ ਨੂੰ ਸ਼ਾਇਦ ਕਹਿ ਦਿੰਦੇ ਹੁਣ ਕਿ ਬੇਟਾ ਐ ਨਹੀਂ ਕਰਨਾ ਮੈਨੂੰ ਕਹਿੰਦੇ ਸੀ ਗੋ ਟੂ ਇਟ ਪਤਾ ਨਹੀਂ ਕੀ ਕੌਨਫੀਡੈਂਸ ਸੀ ਉਹਨਾਂ ਨੂੰ ਕਿ ਇਹ ਕਰੇਗੀ ਇਹ ਮਤਲਬ ਮੈਂ ਆਈ ਸਟਿਲ ਰਿਮੈਂਬਰ ਮੈਨੂੰ ਹਲੇ ਨਵਾਂ ਲਾਇਸੈਂਸ ਮਿਲਿਆ ਸੀ ਗੱਡੀ ਚਲਾਉਣ ਦਾ ਤੇ ਅਸੀਂ ਸਾਹਨੇਵਾਲ ਸੀਗੇ ਸਾਡੀ ਨਾ ਅਸੀਂ ਦਿੱਲੀ ਆਉਂਦੇ ਹੁੰਦੇ ਸੀ ਛੁੱਟੀ ਮਨਾਉਣ ਵਾਸਤੇ ਸੋ ਟ੍ਰੇਨ ਛੁੱਟ ਗਈ ਸੋ ਅਸੀਂ ਬੈਠੇ ਹਾਂ ਗੱਡੀ 'ਚ ਤੇ ਆਈ ਸੈਡ ਮਮ ਸਮਰ ਹੌਲੀਡੇਜ਼ ਗਈਆਂ ਸਾਡੀ ਸਮਰ ਹੌਲੀਡੇਜ਼ ਸ਼ੀ ਨਹੀਂ ਯੂ ਡਰਾइव आई सेड मम अभी मिला है लाइसेंस शी सेज तो मैं बैठी हूँ ना हॉरिबल ड्राइवर मैं मदर वॉज लेकिन उन्होंने से कहा मैं बैठी हूँ ना मैं चला लूँगी आई सेड मम्मा तुम चलाओगी शी सेज नहीं तू चलाएगी मैं बैठूँगी साथ में मैं पिकनिक करूँगी ਤੇ 18 ਸਾਲ ਦੀ ਉਮਰ 'ਚ ਮੈਂ ਸਾਹਨੇਵਾਲ ਤੋਂ ਉਹ ਤਾਂ ਉਹ 2 ਵੇ ਵੀ ਹੁੰਦਾ ਸੀਗਾ ਨਾ ਮਤਲਬ ਇਸ ਤਰ੍ਹਾਂ ਜੀਟੀ ਰੋਡ ਹਾਈਵੇ ਸੀਗਾ ਵੀ ਨਹੀਂ ਟਰੱਕ ਸਾਹਮਣੇ ਆ ਰਿਹਾ ਮੇਰੇ ਐਂਡ ਆਈ ਫਰੋਜ਼ ਸ਼ੀ ਸੈਡ ਯੂ ਆਰ ਡਰਾਈਵਿੰਗ ਯੂ ਵਿਲ ਡਰਾਈਵ ਇੰਨਾ ਇੰਜੋਏ ਮੈਂ ਅੱਜ ਤੱਕ ਕੋਈ ਜਰਨੀ ਨਹੀਂ ਕੀਤੀ ਐਂਡ ਆਈ ਥਿੰਕ ਦੈਟ ਇਜ਼ ਦ ਸਟੋਰੀ ਆਫ ਮਾਈ ਲਾਈਫ ਆਲਸੋ ਜਦੋਂ ਵੀ ਮੈਂ ਡਰੀ ਹਾਂ ਕਿਤੇ ਸ਼ੀ ਹੈਜ਼ ਸੈਡ ਯੂ ਗੋ ਯੂ ਡੂ ਇਟ ਰਾਈਟ ਮੈਮ ਇਸ ਫਿਲਮ ਨੂੰ ਦੇਖ ਕੇ ਬਹੁਤ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਜਾਣਗੇ ਬਹੁਤ ਲੋਕ ਬਹੁਤ ਸਾਰੀਆਂ ਚੀਜ਼ਾਂ ਨੂੰ ਅਹਿਸਾਸ ਕਰਨਗੇ ਸੋ ਲਾਈਫ ਨੂੰ ਸਟਰੋਂਗ ਬਣਾਉਣ ਦੇ ਲਈ ਦਿਵਿਆ ਦੇ ਪਿੱਛੇ ਜੋ ਇੱਕ ਸਟਰੋਂਗ ਪਰਸਨੈਲਿਟੀ ਹੈ ਕੰਮ ਕਰਨ ਨੂੰ ਲੈ ਕੇ ਜਾਂ ਜ਼ਿੰਦਗੀ ਜਿਉਣ ਨੂੰ ਲੈ ਕੇ ਉਹ ਤੁਹਾਡੇ ਮੰਮਾ ਦੇ ਬਦੌਲਤ ਹੈ ਜਦੋਂ ਇਹ ਫਿਲਮ ਕਰ ਰਹੇ ਸੀ ਕੁਗੀ ਸਰ ਨਾਲ ਗੱਲ ਹੋਈ ਕਹਿੰਦੇ ਵੀ ਉਹਨਾਂ ਤੋਂ ਸਹਿ ਸੁਭਾਅ ਪੁੱਛ ਹੋ ਗਿਆ ਵੀ ਹਾਲ ਕਿਵੇਂ ਹੈ ਨਾ ਸੋ ਅੱਜ ਤੁਸੀਂ ਉਹਨਾਂ ਦੀ ਸਟਰੈਂਥ ਲੈ ਕੇ ਤਾਂ ਤੁਰ ਰਹੇ ਹੋ ਲੇਕਿਨ ਫਿਲਮ ਜਦੋਂ ਕਰ ਰਹੇ ਸੀ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਕਾਸ਼ ਅੱਜ ਮਾਂ ਹੁੰਦੇ ਤਾਂ ਮੈਂ ਇੱਕ ਵਾਰ ਕਾਲ ਕਰਕੇ ਕਹਿੰਦੀ ਵੀ ਹਾਂ ਮਾਂ ਮੈਂ ਮਾਂ ਦਾ ਕਿਰਦਾਰ ਨਿਭਾ ਰਹੀ ਕਿਤੇ ਭੇਜੀ ਹੋਈ ਨਹੀਂ ਇੱਥੇ ਰੱਖੀ ਹੋਈ ਹੈ ਸਾਂਭ ਕੇ ਕੀ ਬਾਤ ਹੈ ਸੋ ਬਾਕੀ ਮਾਵਾਂ ਹਮੇਸ਼ਾ ਦਿਲ ਦੇ ਵਿੱਚ ਹੀ ਵਸਦੀਆਂ ਨੇ ਸਰ ਸੇਮ ਸਵਾਲ ਤੁਹਾਡੇ ਲਈ ਕਿ ਅਸੀਂ ਹੁਣ ਤਾਂ ਬਹੁਤ ਮਤਲਬ ਤੁਹਾਡਾ ਸਭ ਤੋਂ ਪਹਿਲੇ ਤਾਂ ਮੈਨੂੰ ਇਹ ਚੰਗਾ ਲੱਗਦਾ ਕਿ ਤੁਸੀਂ ਹਮੇਸ਼ਾ ਸਾਰੀਆਂ ਚੀਜ਼ਾਂ ਓਪਨ ਰੱਖਦੇ ਹੋ ਜਿੱਦਾਂ ਕਿ ਬਹੁਤ ਘੱਟ ਆਪਣੀ ਫੈਮਿਲੀ ਨੂੰ ਰੱਖਿਆ ਜਾਂਦਾ ਮਾਂ ਨੂੰ ਵੀ ਅਸੀਂ ਵੇਖ ਸਕਦੇ ਹਾਂ ਪਿੱਛੇ ਜੇ ਫੰਕਸ਼ਨ ਕੀਤਾ ਕਿਆ ਕਮਾਲ ਦੇ ਤੁਸੀਂ ਕੱਪੜੇ ਐਨ ਕੰਬੀਨੇਸ਼ਨ ਕਰਕੇ ਪਾਏ ਹੋਏ ਸੀਗੇ ਸੋ ਮਾਂ ਦੀ ਗੱਲ ਕਰਨਾ ਚਾਹਾਂਗੇ ਇਹਨਾਂ ਦਾ ਇੱਕ ਸੀਨ ਹੈ ਵੀ ਇਹ ਕਹਿੰਦੇ ਵੀ ਮੈਂ ਭੁੱਲ ਜੂੰਗੀ ਤੁਸੀਂ ਸਟਾਰ ਹੋ ਟੀਚਰ ਹੋ ਹੈ ਨਾ ਸੋ ਜਦੋਂ ਗਿੱਪੀ ਸਕੂਲ ਜਾਂਦੇ ਸੀ ਮਾਂ ਦੀ ਕਿਹੜੀ ਮੈਮਰੀ ਸੀ ਕੁੱਟ ਵਾਲੀ ਜਾਂ ਪਿਆਰ ਵਾਲੀ ਜਿਹੜੀ ਅੱਜ ਵੀ ਮਾਂ ਯਾਦ ਕਰਵਾਉਂਦੇ ਨੇ ਮੈਂ ਪਹਿਲਾਂ ਵੀ ਦੱਸਿਆ ਐਕਚੁਅਲੀ ਕੀ ਹੈ ਕਿ ਮੰਮੀ ਡਾਂਟਦੇ ਬਹੁਤ ਸੀ ਮੰਮੀ ਕੋਸ਼ਿਸ਼ ਕਰਦੇ ਸੀ ਕਿ ਵੀ ਮੈਂ ਇਹਨਾਂ ਨੂੰ ਕਹਾਂ ਵੀ ਮੈਂ ਕੁੱਟੂੰਗੀ ਤੁਹਾਨੂੰ ਫੜ ਕੇ ਔਰ ਮੇਰੇ ਮੰਮੀ ਦੀ ਨੇਚਰ ਉੱਦਾਂ ਦੀ ਹੈ ਨਹੀਂ ਗੀ ਹੈ ਨਾ ਮਤਲਬ ਅਸੀਂ ਤਾਂ ਕਈ ਵਾਰੀ ਹੱਸ ਪੈਂਦੇ ਮੰਮੀ ਜਦੋਂ ਘੂਰਦੇ ਵੀ ਹੁੰਦੇ ਸੀਗੇ ਸਾਡਾ ਹਾਸਾ ਨਿਕਲ ਜਾਂਦਾ ਹੈ ਨਾ ਵੀ ਨਕਲੀ ਜੀ ਘੂਰਦੇ ਆ ਮੰਮੀ ਹੈ ਨਾ ਸੋ ਬਿਲਕੁਲ ਨਹੀਂ ਅੱਜ ਤਾਂ ਮੰਮੀ ਨੂੰ ਹੁਣ ਵੀ ਘਰੇ ਗਏ ਜਿਵੇਂ ਹੁਣ
ਸਿੱਪੀ ਬਾਈ ਮੇਰੇ ਵੱਡੇ ਬ੍ਰਦਰ ਨੇ, ਸਿੱਪੀ ਵੀਰ ਜੀ, ਤੇ ਉਹਨਾਂ ਦੀਆਂ ਬੇਟੀਆਂ ਨੇ, ਤੇ ਅਸੀਂ ਤਾਂ ਹੱਸ ਕੇ ਕਹਿੰਦੇ ਹੁੰਦੇ ਵੀ ਜੇ ਨੇ ਇਹ ਵੀ ਵਿਗਾੜੀਆਂ ਤੁਸੀਂ ਨੇ, ਜੇ ਹੁਣ ਇੱਕ ਮੁੜੀ ਨੇ ਵੀ ਇਹਨਾਂ ਨੂੰ ਵੀ ਤੁਸੀਂ ਵਿਗਾੜਨਾ ਹੈ ਨਾ, ਵੀ ਤੁਸੀਂ ਕੁਝ ਕਹਿੰਦੇ ਹੀ ਨਹੀਂ ਗੇ, ਤੁਸੀਂ ਕਿਆ ਕਰੋ ਇਹ ਕਰੋ। ਸੋ ਮੰਮੀ ਨੇ ਸਾਡੇ ਨੇ ਬਹੁਤ ਸਾਨੂੰ ਪਿਆਰ ਨਾਲ ਰੱਖਿਆ ਵਾ, ਬਹੁਤ ਪੋਲਾਈਟ ਨੇ ਉਹ, ਤੇ ਉਹਨਾਂ ਦੀ ਨੇਚਰ ਬਹੁਤ ਸੌਫਟ ਹੈ। ਅੱਛਾ ਗਿੱਪੀ ਜੀ, ਤੁਸੀਂ ਸਾਰੀ ਦੁਨੀਆ ਦੀ ਮਾਵਾਂ ਲਈ ਇੱਕ ਫਿਲਮ ਡੈਡੀਕੇਟ ਕੀਤੀ ਹੈ। ਪੰਜਾਬੀ ਸਿਨੇਮਾ ਦੇ ਵਿੱਚ ਅਜਿਹੀ ਫਿਲਮ ਤਾਂ ਨਹੀਂ ਵੇਖੀ ਗਈ ਹੈ ਹਜੇ ਤੱਕ, ਹੈ ਨਾ? ਸੋ ਆਪਣੀ ਮਾਂ ਦੇ ਨਾਲ ਕਿਹੜੀ ਆਪਣੀ ਫਿਲਮ ਪਹਿਲੀ ਸਿਨੇਮਾ ਘਰ ਦੇ ਵਿੱਚ ਵੇਖਣ ਗਏ ਸੀ ਤੁਸੀਂ? ਮੈਨੂੰ ਯਾਦ ਨਹੀਂ ਗਾ, ਮੈਨੂੰ ਯਾਦ ਨਹੀਂ ਹੈ ਇਹ ਚੀਜ਼ ਵੀ ਕਿਹੜੀ ਫਿਲਮ ਦੇਖੀ। ਕਿਹੜੀ ਫਿਲਮ ਨੂੰ ਦੇਖ ਕੇ ਮਾਂ ਨੂੰ ਲੱਗਿਆ ਵੀ ਅੱਛਾ ਗਿੱਪੀ ਮੈਨੂੰ ਤਾਂ ਇਦਾਂ ਹੀ ਲੱਗਿਆ ਸੀ, ਕਿਉਂਕਿ ਆਪਣੇ ਬੱਚਿਆਂ ਲਈ ਮਾਵਾਂ ਇਦਾਂ ਸੋਚਦੀਆਂ ਨੇ, ਉਹਨਾਂ ਦਾ ਹਾਂਜੀ ਕਰਦੇ ਪਿਆ ਦੈਟਸ ਗੁੱਡ, ਵੀ ਕਮਾਲ ਕਰਦੀ ਆ ਇਹਨਾਂ, ਇਸ ਦਾ ਟ੍ਰੇਲਰ ਦੇਖਿਆ ਉਹਨਾਂ ਨੇ? ਹਾਂਜੀ ਹਾਂਜੀ, ਇਹਦਾ ਟ੍ਰੇਲਰ ਦੇਖਿਆ। ਇਹ ਤਾਂ ਫਿਲਮ ਮੇਰੀਆਂ ਸਾਰੀਆਂ ਫਿਲਮਾਂ ਦੇਖੀਆਂ ਉਹਨਾਂ ਨੇ, ਹਰ ਫਿਲਮ ਉਹ ਦੇਖਣ ਜਾਂਦੇ ਨੇ। ਮਤਲਬ ਹੁਣ 90% ਜਿਹੜੀਆਂ ਮੈਨੂੰ ਲੱਗਦਾ 99% ਫਿਲਮਾਂ ਉਹਨਾਂ ਨੇ ਮੇਰੀਆਂ ਹੀ ਦੇਖੀਆਂ ਸਿਨੇਮੇ ਦੇ ਵਿੱਚ, ਹੈ ਨਾ। ਵੈਸੇ ਘੱਟ ਹੀ ਜਾਂਦੇ ਨੇ, ਤੇ ਸਾਰੀਆਂ ਦੇਖੀਆਂ ਨੇ। ਉਹਨਾਂ ਨੂੰ ਤਾਂ ਮੇਰੀ ਹਰ ਫਿਲਮ ਵਧੀਆ ਲੱਗਦੀ ਹੈ, ਕੋਈ ਚੰਗੀ ਹੋਵੇ ਬੁਰੀ ਹੋਵੇ, ਮੰਮੀ ਨੂੰ ਵਧੀਆ ਹੀ ਲੱਗਣੀ ਹੈ ਨਾ। ਬਟ ਆਹ ਫਿਲਮ ਮੈਨੂੰ ਇੱਦਾਂ ਹੈ ਕਿ ਬੜੀ ਸਾਡੇ ਲਈ ਵੀ ਸਪੈਸ਼ਲ ਹੈ, ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਵਧੀਆ ਤਾਂ ਲੱਗੂਗੀ। ਬਟ ਕਿਉਂਕਿ ਉਹਨਾਂ ਦੇ ਵੀ ਮੰਮੀ, ਮੇਰੇ ਮੰਮੀ ਦੇ ਮੰਮੀ ਵੀ ਬਹੁਤ ਅਰਲੀ ਏਜ 'ਚ ਚਲੇ ਗਏ ਸੀਗੇ, ਹੈ ਨਾ, ਮੇਰੇ ਨਾਨੀ ਜਾਣੀ ਕਿ, ਤੇ ਉਹ ਵੀ ਥੋੜ੍ਹੇ ਇਮੋਸ਼ਨਲ ਹੋਣਗੇ ਮੈਨੂੰ ਲੱਗਦਾ। ਜੀ, ਸੋ ਇਸ ਮਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਦੇ ਦਿਲਾਂ ਦੇ ਵਿੱਚ ਟ੍ਰੇਲਰ ਤੋਂ ਹੀ ਅਜਿਹੀ ਥਾਂ ਬਣਾ ਲਈ ਹੈ ਕਿ ਹਰ ਬੰਦਾ ਤਿਆਰ ਹੈ, ਈਵਨ ਮਾਈ ਮਮ, ਕਿ ਸੰਡੇ ਫ੍ਰੀ ਹੈ, ਮੈਂ ਫਿਲਮ ਵੇਖਣ ਜਾਣਾ ਹੈ। ਤੇ ਇਹਨਾਂ ਨੂੰ ਪ੍ਰਿਪੇਅਰ ਕਰਨ ਦੇ ਲਈ ਜਾਂ ਇਹਨਾਂ ਦੇ ਨਾਲ ਜਿਹੜੀ ਫਰਸਟ ਮੀਟ ਸੀ, ਕਿਰਦਾਰ ਸੁਣਾਉਣਾ ਔਰ ਦੱਸਣਾ, ਕਿਉਂਕਿ ਅਸੀਂ ਜਾਣਦੇ ਹਾਂ ਤੁਸੀਂ ਬਹੁਤ ਟਿਪੀਕਲ ਐਂਡ ਪਰਟੀਕੂਲਰ ਹੁੰਦੇ ਹੋ ਕਿ ਆਹੀ ਚੀਜ਼ ਚਾਹੀਦੀ ਹੈ। ਸੋ ਇਹਨਾਂ ਨਾਲ ਫਰਸਟ ਮੀਟ ਐਂਡ ਕਿਰਦਾਰ ਐਂਡ ਫਿਲਮ ਦਾ ਫਰਸਟ ਡੇ, ਫਰਸਟ ਸ਼ਾਟ, ਆਈ ਮੀਨ ਹਾਊਸ ਦੈਟ? ਬਹੁਤ ਵਧੀਆ ਰਿਹਾ ਜੀ। ਔਰ ਕਿਹਾ ਕਿ ਮੈਨੂੰ ਇੱਦਾਂ ਲੱਗਦਾ ਕਿ ਡੇ 1 ਤੋਂ ਹੀ ਅਸੀਂ ਆਪਣੇ ਕਰੈਕਟਰ ਲਈ ਕਲੀਅਰ ਸੀਗੇ ਬਹੁਤ। ਇਹਨਾਂ ਨੂੰ ਮੈਂ ਜੋ ਦੱਸਿਆ ਵੀ ਅਸੀਂ ਆਹ ਚਾਹੁੰਦੇ ਹਾਂ, ਇੱਦਾਂ ਇੱਦਾਂ ਦਾ ਮਾਹੌਲ, ਆਹ ਚੀਜ਼ ਆ, ਇਹ ਆ ਉਹ ਆ, ਔਰ ਉਹੀ ਇਹ ਆਏ। ਇਹਨਾਂ ਨੇ ਆ ਕੇ ਇੱਕਦਮ ਉਹ ਅਡੋਪਟ ਕਰ ਲਈਆਂ ਚੀਜ਼ਾਂ, ਔਰ ਕਦੇ ਕੋਈ ਟਰਬਲ ਆਈ ਨਹੀਂ ਗਈ, ਕੋਈ ਬਹੁਤ ਜ਼ਿਆਦਾ ਡਿਸਕਸ਼ਨ ਵੀ ਨਹੀਂ ਹੋਈ ਹੈਗੀ ਵੀ ਕਿ ਬਹੁਤ ਜ਼ਿਆਦਾ ਚੀਜ਼ਾਂ ਨੂੰ ਲੈ ਕੇ। ਨਹੀਂ, ਨੋਰਮਲੀ ਕੀ ਹੁੰਦਾ ਕਿ ਕਈ ਫਿਲਮਾਂ ਦੇ ਸੈੱਟਾਂ ਦੇ ਉੱਤੇ ਹਰ ਸੀਨ ਦੇ ਵਿੱਚ ਹੀ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਹੈ ਨਾ, ਤੇ ਕੋਈ ਖਾਸ ਦੇਰ ਇਜ਼ ਨਾਟ ਮਚ ਡਿਸਕਸ਼ਨਸ, ਹੈ ਨਾ। ਸਾਰਾ ਕੁਝ ਕਲੀਅਰ ਸੀਗਾ, ਇਹਨਾਂ ਨੂੰ ਵੀ ਸਾਨੂੰ ਵੀ, ਜੋ ਆਪਾਂ ਚਾਹੁੰਦੇ ਸੀ ਆਪਾਂ ਉਹੀ ਬਣਾਇਆ। ਔਰ ਜਦੋਂ ਬਣਨ ਤੋਂ ਬਾਅਦ ਦੇਖਿਆ ਵੀ ਮੈਨੂੰ ਲੱਗਦਾ ਇਹੀ ਆਪਾਂ ਬਣਾਉਣਾ ਚਾਹੁੰਦੇ ਸੀ, ਉਹੀ ਬਣਿਆ ਵਾ। ਮੇਨ ਜਿਹੜਾ ਮੋਟਿਵ ਸੀਗਾ ਇੱਕ ਲੋਕਾਂ ਨੂੰ ਦੱਸਣਾ ਇੱਕ ਮੈਸੇਜ ਚੰਗਾ, ਕਿ ਜੋ ਮੈਂ ਚਾਹੁੰਦਾ ਸੀ ਕਿ ਯਾਰ ਕਈ ਵਾਰੀ ਕਿ ਜਦੋਂ ਤੁਹਾਡੇ ਪੇਰੈਂਟਸ ਨਹੀਂ ਹੁੰਦੇ ਤੁਸੀਂ ਉਹਨਾਂ ਨੂੰ ਮਿਸ ਬੜਾ ਕਰਦੇ ਹੋ, ਬਟ ਜਦੋਂ ਤੁਹਾਡੇ ਕੋਲ ਹੁੰਦੇ ਨੇ ਤੁਸੀਂ ਉਹਨਾਂ ਦੀ ਵੈਲਿਊ ਨਹੀਂ ਪਾਉਂਦੇ ਹੈਗੇ, ਹੈ ਨਾ। ਸੋ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਮੈਨੂੰ ਇੱਦਾਂ ਲੱਗਦਾ ਵਾ। ਸੋ ਜਦੋਂ ਹੈਗੇ ਨੇ ਤੁਸੀਂ ਉਦੋਂ ਉਹਨਾਂ ਨਾਲ ਆਪਣਾ ਟਾਈਮ ਸਪੈਂਡ ਕਰੋ, ਆਪਣੀਆਂ ਚੀਜ਼ਾਂ ਕਰੋ। ਕਿਉਂਕਿ ਕਈ ਬੰਦੇ ਨਹੀਂ, ਮੇਰੇ ਫਾਦਰ ਨਹੀਂ ਹੈਗੇ, ਹੈ ਨਾ। ਸੋ ਮੇਰੇ ਫਾਦਰ ਦਾ ਡਰੀਮ ਸੀਗਾ ਕਿ ਮੈਂ ਐਕਟਰ ਬਣਾ, ਮੈਂ ਸਿੰਗਰ ਬਣਾ, ਉਹ ਬਹੁਤ ਸੋਚਦੇ ਹੁੰਦੇ ਸੀ, ਹੈ ਨਾ। ਜਦੋਂ ਮੈਂ ਬਣਿਆ ਹੁਣ ਉਹ ਹੈ ਨਹੀਂ, ਬਟ ਮੈਂ ਬਹੁਤ ਇਹ ਚੀਜ਼ ਨੂੰ ਮਿਸ ਕਰਦਾ। ਬਟ ਮੈਨੂੰ ਐਂ ਲੱਗਦਾ ਹੁੰਦਾ ਕਿ ਜੇ ਤੁਹਾਡੇ ਕੋਲ ਹੈ, ਤੁਸੀਂ ਉਹਨਾਂ ਨੂੰ, ਜਿਵੇਂ ਮੇਰੇ ਮੰਮੀ ਸਾਡੇ ਕੋਲ ਹੈਗੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੰਮੀ ਹਮੇਸ਼ਾ ਖੁਸ਼ ਰਹਿਣ। ਮੰਮੀ ਦਾ ਜੀ ਕਰਦਾ ਮੈਂ ਉੱਧਰ ਚੱਲੀ ਹਾਂ, ਮੈਨੂੰ ਛੱਡ ਕੇ ਆਓ, ਮੈਨੂੰ ਆਸਟ੍ਰੇਲੀਆ ਛੱਡ ਆਓ, ਮੈਨੂੰ ਇੱਧਰ ਲੈ ਆਓ, ਅਸੀਂ ਨਾਲ ਹੀ 1 ਮਿੰਟ ਨਹੀਂ ਲੱਗਦਾ ਹੈਗਾ। ਅਸੀਂ ਹੁੰਦਾ ਕਿ ਯਾਰ ਠੀਕ ਹੈ, ਜੋ ਮੰਮੀ ਕਹਿੰਦੇ ਨੇ ਉਹ ਠੀਕ ਆ ਬਸ, ਹੈ ਨਾ। ਕਿ ਯਾਰ ਇਹ ਏਜ ਦੇ ਵਿੱਚ ਬੰਦੇ ਨੂੰ ਖੁਸ਼ ਰੱਖਣਾ ਚਾਹੀਦਾ ਵਾ। ਜੀ, ਸੋ ਮਾਂ ਦਾ ਕੋਈ ਸੁਪਨਾ ਜਾਂ ਮਾਂ ਨੂੰ ਇਹੋ ਜਿਹੀ ਕੋਈ ਗੱਲ ਜਿਹੜੀ ਗਿੱਪੀ ਕਦੇ ਜਤਾ ਨਹੀਂ ਪਾਏ ਹੋ, ਪਰ ਤੁਸੀਂ ਜਾਣਦੇ ਹੋ ਵੀ ਉਹਨਾਂ ਦੇ ਖੁਸ਼ੀਆਂ ਹਾਂ ਇਹ ਪੂਰੀ ਕਰਨੀ ਹੈ? ਕਿਉਂਕਿ ਯੂਜੂਅਲੀ ਗੱਲਾਂ ਇਹੀ ਹੁੰਦੀਆਂ ਨੇ ਵੀ ਗਿੱਪੀ ਇੰਨਾ ਬਿਜ਼ਨਸ ਮਾਈਂਡਡ ਹੈ, ਗਿੱਪੀ ਨੇ ਕੁਝ ਸਾਲਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਹਾਈਪ ਕ੍ਰੀਏਟ ਕਰਤੀ, ਮਤਲਬ ਆਪਣੇ ਬੱਚਿਆਂ ਦਾ ਕਰ ਲਿਆ, ਆਪਣੇ ਪੇਰੈਂਟਸ ਦਾ ਕਰ ਲਿਆ, ਹੈ ਨਾ। ਸੋ ਇਹ ਗੱਲ ਆਮ ਸਰਸਰੀ ਤੌਰ 'ਤੇ ਹੁੰਦੀ ਹੈ। ਲੇਕਿਨ ਜੇ ਮਦਰ ਦੀ ਗੱਲ ਆਵੇ ਗਿੱਪੀ, ਤੁਹਾਡੇ ਦਿਲ 'ਚ ਕੁਝ ਹੈ ਕਿ ਹਾਂ ਹਜੇ ਇਹ ਬਾਕੀ ਹੈ ਮਾਂ ਦੇ ਲਈ, ਇਹ ਉਹਨਾਂ ਦੀ ਖੁਸ਼ੀ ਹੈ? ਨਹੀਂ, ਇੱਦਾਂ ਦਾ ਕੁਝ ਨਹੀਂ ਹੈ। ਮੰਮੀ ਸਾਡੇ ਸ਼ੀ ਇਜ਼ ਹੈਪੀ, ਹੈ ਨਾ, ਅਤੇ ਅਸੀਂ ਉਹਨਾਂ ਨੂੰ ਦੇਖ ਕੇ ਅਸੀਂ ਖੁਸ਼ ਹਾਂ, ਹੈ ਨਾ। ਔਰ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਜਿਹੜਾ ਮਨੀ ਕੈਂਟ ਬਾਏ ਹੈਪੀਨੈਸ, ਤੁਸੀਂ ਪੈਸੇ ਨਾਲ ਇਹ ਚੀਜ਼ਾਂ ਨਹੀਂ ਕਰ ਸਕਦੇ। ਤਾਂ ਚਲੋ ਹੁਣ ਕੀ ਹੈ ਨਾ, ਹੁਣ ਤੁਸੀਂ ਆਰਟਿਸਟ ਬਣ ਗਏ, ਤੁਸੀਂ ਤੁਹਾਨੂੰ ਲੋਕ ਜਾਣਨ ਲੱਗ ਗਏ, ਤਾਂ ਹੁਣ ਮੇਰੇ ਕੋਈ ਫੈਮਿਲੀ ਦੀ ਵੀਡੀਓ ਬਾਹਰ ਆਉਂਦੀ ਆ ਤਾਂ ਲੋਕਾਂ ਨੂੰ ਸ਼ਾਇਦ ਇੱਦਾਂ ਲੱਗਦਾ। ਅਸੀਂ ਪਹਿਲਾਂ ਵੀ ਇੱਦਾਂ ਹੀ ਸੀ, ਜਦੋਂ ਨਹੀਂ ਸੀ ਕੰਮ ਤਾਂ ਮੈਂ ਉਦੋਂ ਵੀ ਆਪਣੀ ਮੰਮੀ ਦੇ ਨਾਲ ਅਸੀਂ ਵਿਆਹਾਂ ਦੇ ਵਿੱਚ ਐਂ ਨੱਚਦੇ ਸੀ, ਅਸੀਂ ਐਂ ਚੀਜ਼ਾਂ ਕਰਦੇ ਸੀ, ਅਸੀਂ ਬਹੁਤ ਖੁਸ਼ ਹੁੰਦੇ ਸੀਗੇ, ਹੈ ਨਾ। ਸੋ ਮੈਂ ਕਈ ਵਾਰੀ ਕਹਿੰਦਾ ਕਿ ਅੱਜ ਜਿਸ ਮੁਕਾਮ ਦੇ ਉੱਤੇ ਆਏ ਹਾਂ ਅਸੀਂ, ਜਦੋਂ ਮੈਂ ਬਹੁਤ ਸਟਰਗਲ ਕੀਤੀ ਜੋ ਆਪਣੀ ਲਾਈਫ ਦੇ ਵਿੱਚ 18-20 ਘੰਟੇ, ਮਤਲਬ ਇੰਨਾ ਡੇਲੀ ਮਹੀਨਾ ਕੰਟੀਨਿਊਸਲੀ ਨੋ ਛੁੱਟੀ ਕੰਮ ਕਰਦਾ ਸੀ, ਬਟ ਮੈਂ ਬੜਾ ਖੁਸ਼ ਹੁੰਦਾ ਸੀ ਕਿਉਂਕਿ ਉਸ ਟਾਈਮ ਜਿੰਨੇ ਮੇਰੇ ਪੈਸੇ ਬਣ ਰਹੇ ਹੁੰਦੇ ਸੀ ਉਸ ਤੋਂ ਪਹਿਲਾਂ ਮੇਰੇ ਉਹ ਵੀ ਨਹੀਂ ਸੀ ਬਣ ਰਹੇ ਐਟ ਦੈਟ ਟਾਈਮ। ਉਹ ਇੱਕ ਮੇਰੀ ਅਚੀਵਮੈਂਟ ਸੀਗੀ, ਹੈ ਨਾ। ਸੋ ਹੁਣ ਆਪਾਂ ਜਦੋਂ ਪਿੱਛੇ ਸੋਚਦੇ ਆਪਾਂ ਨੂੰ ਸ਼ਾਇਦ ਇੱਦਾਂ ਦੀਆਂ ਚੀਜ਼ਾਂ ਲੱਗਦੀਆਂ ਨੇ, ਇੱਦਾਂ ਦਾ ਕੁਝ ਨਹੀਂ ਹੈ। ਸੋ ਮੰਮੀ ਬਹੁਤ ਖੁਸ਼ ਨੇ ਔਰ ਸਾਨੂੰ ਲੱਗਦਾ ਕਿ ਬਸ ਇੱਦਾਂ ਹੀ ਰਹਿਣ, ਬਸ ਇੱਦਾਂ ਹੀ ਠੀਕ ਹੋਵੇ ਬਸ। ਪਰਮਾਤਮਾ ਹਮੇਸ਼ਾ ਮਿਹਰ ਕਰੇ। ਮੈਮ ਸੇਮ ਫॉर ਯੂ ਕਿ ਗੱਡੀ ਚਲਾਉਂਦੇ ਮੁੰਬਈ ਤੱਕ ਪਹੁੰਚ ਗਏ ਔਰ ਮਾਂ ਦੇ ਨਾਲ ਕਿਹੜੀ ਫਿਲਮ ਸੀ ਜਿਹੜੀ ਤੁਸੀਂ ਸਿਨੇਮਾ ਘਰ ਦੇ ਵਿੱਚ ਬਹੁਤ ਇੰਜੋਏ ਕੀਤੀ ਐਂਡ ਉਹ ਹਮੇਸ਼ਾ ਮੈਮੋਰੇਬਲ ਹੈ?
ਮੈਂ ਤਾਂ ਬਹੁਤ ਫਿਲਮਾਂ ਦੇਖੀਆਂ ਨੇ ਮੰਮੀ ਨਾਲ, ਮਤਲਬ ਉਹਨਾਂ ਨੇ ਵਿਖਾਈਆਂ ਨੇ, ਮੈਂ ਤਾਂ ਬਾਅਦ 'ਚ ਵਿਖਾਈਆਂ ਨੇ। ਸ਼ੀ ਹੈਡ ਸ਼ੋਨ ਮੀ, ਆਈ ਥਿੰਕ ਸਭ ਤੋਂ ਪਹਿਲਾਂ ਅਸੀਂ ਦੇਖੀ ਸੀ ਫਿਲਮ ਕਾਲਡ ਕਾਲਾ ਪੱਥਰ। ਆਈ ਵਾਸ ਅਬਾਊਟ 3-4 ਸਮਥਿੰਗ, ਤੇ ਉਹ ਅਮਿਤਾਭ ਬੱਚਨ ਦੀ ਫਿਲਮ ਸੀ। ਤੇ ਉਹ ਮੈਂ ਜਦ ਵੇਖਿਆ ਮੈਂ ਕਿਹਾ ये जिस दुनिया के है ना, मुझे वो उस दुनिया में जाना है, वांट टू बी एन एक्टर। ਤੇ ਉਹ ਕਦੇ ਕਿਤੇ ਨਾ ਕਿਤੇ ਉਹ ਬੀਜ ਰਹਿ ਗਿਆ ਸੀ। ਲੇਕਿਨ ਮੰਮੀ ਨਾਲ ਮੈਂ ਉਹਨਾਂ ਦੀ ਸਾਰੀਆਂ ਪੁਰਾਣੀਆਂ ਫਿਲਮਸ, ਕਲਾਸਿਕਸ ਜਿਹੜੀ ਬਲੈਕ ਐਂਡ ਵਾਈਟ ਹੁੰਦੀਆਂ ਸੀਗੀਆਂ, ਉਹ ਦੇਖਦੀ ਹੁੰਦੀ ਸੀ। ਐਂਡ ਬਹੁਤ ਕਮਾਲ ਦੀ ਗੱਲ ਹੈ ਕਿ ਉਹ ਹਮੇਸ਼ਾ ਪੁਰਾਣੀ ਐਕਟਰੈਸਿਸ ਦੀ ਨਾ ਮੈਨੂੰ ਡਾਂਸ ਕਰਕੇ ਵਿਖਾਉਂਦੇ ਸੀ। ਇੱਕ ਟਿਪੀਕਲ ਹੁੰਦਾ ਸੀ ਨਾ ਸਟਾਈਲ ਡਾਂਸ ਕਰਨ ਦਾ, ਤੇ ਮੈਂ ਬਹੁਤ ਮਜ਼ਾਕ ਉਡਾਉਂਦੀ ਸੀ ਮੰਮੀ ਦਾ ਕਿ ਦੇਖੋ ਕਿਆ ਕਰ ਰਹੇ। ਫਿਰ ਜਦ ਮੈਂ ਆਪਣੀ ਪਹਿਲੀ ਫਿਲਮ ਕੀਤੀ ਟ੍ਰੇਨ ਟੂ ਪਾਕਿस्तान, ਤੇ ਉਹਦੇ 'ਚ ਮੇਰਾ ਰੋਲ ਇਹੋ ਜਿਹਾ, तो मैं क्या मम्मा प्लीज़ मुझे वो करके दिखाओगे जो आपने किया। सो किते ना किते इट रियली हेल्प्ड मी सो मच टू सी वॉट शी डिड। जिन्हें फिल्मां दिखाइयां दैट वाज किते ना किते बहुत मेरे ते असर होया सारी फिल्मां दा। ਸੋ ਸਰ ਲਾਸਟ ਸਵਾਲ ਤੁਹਾਡੇ ਕੋਲੋਂ ਹੈ, ਤੁਸੀਂ ਹਮੇਸ਼ਾ ਕੁਝ ਚੈਲੰਜਿੰਗ ਕਰਦੇ ਹੋ, ਚਾਹੇ ਦਿਵਿਆ ਮੈਮ ਨੂੰ ਫਿਲਮ ਦੇ ਵਿੱਚ ਮਾਂ ਦਾ ਕਿਰਦਾਰ ਦੇਣ ਦੀ ਗੱਲ ਹੋਏ, ਵੱਡੇ ਦੀ ਗੱਲ ਕਰੀਏ। ਸੋ ਹਮੇਸ਼ਾ ਤੁਸੀਂ ਕਿਸੇ ਵੀ ਨਵੇਂ ਕਲਾਕਾਰ ਦੀ, ਜੇ ਆਪਣੀ ਸਿਨੇਮਾ ਦੀ ਵੀ ਗੱਲ ਕਰੀਏ, ਤੁਸੀਂ ਕਦੇ ਵੀ ਇਸ ਚੈਲੰਜ ਤੋਂ ਕਤਰਾਉਂਦੇ ਨਹੀਂ ਹੋ, ਨਾ ਹੀ ਕਨਸੈਪਟ ਤੋਂ, ਕਿਉਂਕਿ ਸਮਹਾਓ ਕਿ ਕਮਰਸ਼ੀਅਲ ਇੱਕ ਹੁੰਦਾ ਪ੍ਰੋਪਰ, ਇੱਕ ਹੁੰਦਾ ਕਿ ਸੰਜੀਦਾ ਚੀਜ਼ ਨੂੰ ਲੈ ਕੇ ਆਉਣਾ। ਸੋ ਇਸ ਚੀਜ਼ ਨੂੰ ਜਦੋਂ ਲੈ ਕੇ ਤੁਰਨੇ ਹੋ ਸਰ, ਕਿਤੇ ਵੀ ਕੋਈ ਹੈਜ਼ਿਟੇਸ਼ਨ ਜਾਂ ਕਿਤੇ ਵੀ ਜਦੋਂ ਤੱਕ ਫਿਲਮ ਰਿਲੀਜ਼ ਨਹੀਂ ਹੋ ਜਾਂਦੀ, ਇੱਕ ਉਹ ਰਹਿੰਦਾ ਐਗਜ਼ਾਮ ਤੋਂ ਪਹਿਲੇ ਵਾਲਾ ਫੀਲ? ਨਹੀਂ ਹੈਜ਼ਿਟੇਸ਼ਨ ਤਾਂ ਕਿਸ ਚੀਜ਼ ਦੀ, ਕਿਉਂਕਿ ਮੈਨੂੰ ਲੱਗਦਾ ਕਿ ਦੇਖੋ ਆਪਾਂ ਕਿਹੜਾ ਕੋਈ ਹੱਟੀ ਪਾਉਣੀ ਆ, ਸਾਨੂੰ ਆਹੀ ਕੰਮ ਆਉਂਦਾ, ਸਾਨੂੰ ਇਹੀ ਕੰਮ ਆਉਂਦਾ, ਇਸੇ ਕੰਮ 'ਚੋਂ ਹੀ ਅਸੀਂ ਉਹਦੇ ਕਰਨ ਨੂੰ ਸਾਡੇ ਪਲੱਸ ਮਾਈਨਸ ਇਸੇ ਕੰਮ 'ਚ ਹੋਣੇ ਆ, ਹੈ ਨਾ। ਸਾਨੂੰ ਅਸੀਂ ਕੋਈ ਸਬਜੈਕਟ ਬਣਾਵਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਇੱਦਾਂ ਦੇ ਸਬਜੈਕਟ ਲੋਕ ਲਾਈਕ ਕਰਦੇ ਜਾਂ ਨਹੀਂ ਲਾਈਕ ਕਰਦੇ, ਹੈ ਨਾ। ਜੇ ਸਾਨੂੰ ਲੱਗਦਾ ਕਿ ਹਾਂ ਯਾਰ ਫਿਲਮ ਠੀਕ ਸੀ ਬਟ ਲੋਕਾਂ ਨੂੰ ਨਹੀਂ, ਲੋਕੀ ਇੱਦਾਂ ਦਾ ਸਬਜੈਕਟ ਨਹੀਂ ਦੇਖਣਾ ਚਾਹੁੰਦੇ, ਤਾਂ ਅਗਲੀ ਵਾਰੀ ਨਹੀਂ ਬਣਾਵਾਂਗੇ। ਬਟ ਜੇ ਬਣਾਵਾਂਗੇ ਹੀ ਨਹੀਂ ਫਿਰ ਪਤਾ ਕਿੱਦਾਂ ਲੱਗੂਗਾ। ਔਰ ਜਦੋਂ ਆਪਾਂ ਇੰਨੀਆਂ ਫਿਲਮਾਂ ਬਣਾ ਰਹੇ ਹਾਂ, ਸਾਡਾ ਫਰਜ਼ ਬਣਦਾ ਅਲੱਗ-ਅਲੱਗ ਸਬਜੈਕਟ ਬਣਾਈਏ, ਔਰ ਆਪਾਂ ਉਸ ਚੀਜ਼ ਨੂੰ ਕਰੀ ਜਾਂਦੇ ਹਾਂ। ਆਪਾਂ ਰੂਟੀਨ ਵਾਲੇ ਵੀ ਬਣਾਉਂਦੇ ਹਾਂ, ਜਿਹੜੀਆਂ ਕੰਟੀਨਿਊਸਲੀ ਹੁਣ ਫਿਲਮ ਸ਼ੁਰੂ ਕਰਨੀ ਹੈ ਕੈਰੀ ਔਨ ਜੱਟਾ 3, ਹੁਣ ਉਹ ਕੈਟੇਗਰੀ ਦੀਆਂ ਫਿਲਮਾਂ ਵੀ ਅਸੀਂ ਬਣਾਉਣੀਆਂ ਨੇ, ਉਹ ਲੋਕੀ ਦੇਖਦੇ ਨੇ, ਉਹ ਤਾਂ ਅਸੀਂ ਬਣਾਈ ਰਹੇ ਹਾਂ। ਇਹ ਇੱਕ ਅਲੱਗ ਸਬਜੈਕਟ ਆਪਾਂ ਸ਼ੁਰੂ ਕਰਦੇ ਹਾਂ। ਸੋ ਥੈਂਕ ਯੂ ਸੋ ਵੈਰੀ ਮਚ ਇੰਨਾ ਸੋਹਣਾ ਕਨਸੈਪਟ ਲੈ ਕੇ ਆਉਣ ਦੇ ਲਈ। ਪਰ ਤੁਸੀਂ ਗਿੱਪੀ ਜੀ ਨੂੰ ਇੱਕ ਵਜ੍ਹਾ ਦੱਸਿਆ, ਗਿੱਪੀ ਜੀ ਦੀ ਕਿਹੜੀ ਫਿਲਮ ਵੇਖੀ ਸੀ ਮੈਮ ਕਿ ਤੁਹਾਨੂੰ ਲੱਗਿਆ ਕਿ ਵਾਹ ਕਮਾਲ ਹੈ? ਮੈਨੂੰ ਇਹਨਾਂ ਦੀਆਂ ਸਾਰੀਆਂ ਇੱਕ ਚੀਜ਼ ਬਹੁਤ ਵਧੀਆ ਲੱਗਦੀ ਹੈ ਕਿ ਜਿਹੜੀ ਮੈਂ ਇਹਨਾਂ ਦੀ ਫਿਲਮ ਦੇਖਦੀ ਹਾਂ ਉਸ 'ਚ ਵੱਖਰੇ ਦਿਸਦੇ ਨੇ। ਹੀ ਟਰਾਈਜ਼ ਪਲੇਇੰਗ ਅ ਡਿਫਰੈਂਟ ਕੈਰੈਕਟਰ ਐਵਰੀ ਟਾਈਮ। ਅਤੇ ਜਿਹੜੇ ਲੋਕ ਬਹੁਤ ਸਿਕਿਉਰ ਹੋ ਜਾਂਦੇ ਨੇ ਇੱਕੋ ਸਕਸੈਸਫੁਲ ਫਾਰਮੂਲਾ ਫੋਲੋ ਕਰਕੇ, ਇਹ ਵੱਖਰਾ ਵੱਖਰਾ ਐਕਸਪੈਰੀਮੈਂਟ ਕਰਦੇ ਨੇ। ਸੋ ਆਈ ਲਵ ਇਟ। ਅਤੇ ਇੱਕ ਇਹਨਾਂ ਦਾ ਇਹ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ, ਦੂਜਿਆਂ ਨੂੰ ਉਹ ਕਰ ਦਿੰਦੇ ਨੇ ਕਿ ਹੀ ਕੈਨ ਪਲੇ ਅ ਸਮਾਲਰ ਰੋਲ ਬਟ ਹੀ, ਸੋ ਦੈਟ ਆਈ ਫਾਈਂਡ ਕਮਾਲ ਦੀ ਗੱਲ। ਤੇ ਆਫ ਕੋਰਸ ਕੈਰੀ ਔਨ ਜੱਟਾ, ਯੈਸ, ਸਾਰੇ ਪਸੰਦ ਕਰਦੇ। ਮੈਨੂੰ ਇਹਨਾਂ ਦੀ ਹੁਣ ਮੈਂ ਜਿੰਨੀਆਂ ਫਿਲਮਾਂ ਵੇਖੀਆਂ ਨੇ, ਵੈਰੀ ਡਿਫਰੈਂਟ ਫਰਮ ਵਨ ਅਨਦਰ। ਹੁਣ ਜਿਹੜੀ ਇਹਨਾਂ ਨੇ ਵਾਰਨਿੰਗ ਕੀਤੀ ਹੈ, ਵਾਰਨਿੰਗ, ਦੈਟ ਲੁੱਕ ਡਜ਼ਨਟ ਗੈਟ ਆਊਟ ਆਫ ਮਾਈ ਹੈਡ। ਇਹ 'ਚ ਦੇਖੋਗੇ ਤੁਸੀਂ ਕਹੋਗੇ ਸਾਰੀ ਮਾਵਾਂ ਦਾ ਮੁੰਡਾ ਇਹੋ ਜਿਹਾ ਹੀ ਹੋਣਾ ਚਾਹੀਦਾ। ਇੱਕ ਇਨੋਸੈਂਸ ਲੈ ਕੇ ਆਏ ਨੇ। ਤੇ ਗਿਰਧਾਰੀ ਲਾਲ ਜਿਹੜੀ ਕੀਤੀ ਹੈ, ਸੋ ਇਨੋਸੈਂਟ, ਵੈਰੀ ਸਵੀਟ। ਤੋਂ ਲੱਗਦਾ ਇਹਨਾਂ ਨੂੰ ਕੋਈ ਮਤਲਬ ਕਿਤੇ ਕੋਈ ਗਰਮ ਹਵਾ ਨਾ ਲੱਗੇ। ਇਟਸ ਸਵੀਟ। ਸੋ ਆਈ ਰੀਲੀ ਲਾਈਕ ਦੈਟ ਅਬਾਊਟ ਹਿਮ। ਸੋ ਥੈਂਕ ਯੂ ਸੋ ਵੈਰੀ ਮਚ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਿਰ ਤੋਂ ਇੱਕ ਵਾਰ ਪੰਜਾਬੀ ਸਿਨੇਮਾ 'ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਹਣੇ ਕਨਸੈਪਟਸ ਲੈ ਕੇ ਆਉਣ ਲਈ। ਥੈਂਕ ਯੂ ਜੀ। ਜੀ ਬਿਲਕੁਲ, ਅਸੀਂ ਗੱਲਬਾਤ ਕਰ ਰਹੇ ਸੀ ਦਿਵਿਆ ਜੀ ਐਂਡ ਗਿੱਪੀ ਗਰੇਵਾਲ ਜੀ ਦੇ ਨਾਲ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਐਂਡ ਆਮ ਸ਼ੋਰ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਸੋ ਮਾਂ ਬਹੁਤ ਸੋਹਣੀ ਫਿਲਮ ਹੈ। ਮੈਨੂੰ ਲੱਗਦਾ ਹੈ ਕਿ ਸਿਨੇਮਾ ਘਰਾਂ ਤੱਕ ਤੇ ਪਹੁੰਚਣਾ ਬਣਦਾ ਹੀ ਹੈ। ਇਸ ਫਿਲਮ ਨੂੰ ਖਾਸ ਵੇਖਣ ਦੇ ਲਈ ਖੁਦ ਦੀ ਫੈਮਿਲੀ ਨੂੰ, ਖੁਦ ਨੂੰ ਸਿਨੇਮਾ ਘਰ ਤੱਕ ਲੈ ਕੇ ਜਾਓ ਤੇ ਇਸ ਫਿਲਮ ਨੂੰ ਇੰਜੋਏ ਕਰੋ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।